ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 11ਵਾਂ। पाँच तत्त को तन रचियो जानो चतुर सुजान चहते उपजियो नानका लीन ताहे मेहमान। पाँच तत्त को तन रचियो जानो चतुर सुजान जहते उपजियो नानका लीन ताहे मेहमान। सतगुर समझा रहा है ਸੰਸਾਰ ਨੂੰ ਭਾਈ ਮਨ ਬਹੁਤ ਸਿਆਣਾ ਬਣ ਗਿਆ। ਆਪਦੀ ਮਤ ਨੇ ਇੱਥੋਂ ਅੱਜ ਤੱਕ ਕੋਈ ਨਹੀਂ ਨਿਕਲਿਆ। ਮਨ ਰੇ ਹਉਮੈ ਮੋਹ ਦੁਖ ਭਾਰੀ ਇਹ ਭਉਜਲ ਜਗਤ ਨ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ। ਸਤਿਗੁਰ ਸਮਝਾਉਂਦੇ ਨੇ ਭਾਈ ਇਹ ਗੁਰ ਕੀ ਮਤ ਆਪਾਂ ਲੈਣੀ ਹੈ। ਮਨ ਆਪਦੀ ਮਤ ਛੱਡਦਾ ਨਹੀਂ, ਬਹੁਤ ਸਿਆਣਾ ਬਣਦਾ ਵਾ, ਧਰਮ ਗੁਰੂ ਬਣ ਜਾਂਦਾ, ਬੜੀ ਬੜੀਆਂ ਪਦਵੀਆਂ ਪ੍ਰਾਪਤ ਕਰ ਲੈਂਦਾ, ਫਿਰ ਇਹਨੂੰ ਕਾਲ ਬੋਦੀਆਂ ਤੋਂ ਫੜ ਕੇ ਲੈ ਜਾਂਦਾ। ਕੀ ਇਹਦੀ ਸਿਆਣਪ ਕੰਮ ਆਉਂਦੀ ਹੈ? ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹੀ ਸਤਿਗੁਰ ਸਮਝਾਉਂਦੇ ਨੇ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਆਪਾਂ ਨੂੰ ਗੁਰ ਸ਼ਬਦ ਦੀ ਕਮਾਈ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਜਿਹੜੀ ਆਤਮਾ ਮਾਏ ਪ੍ਰਾਤਮਾ ਆਪਦੇ ਮੂਲ ਤੋਂ ਵਿਛੜ ਗਈ ਹੈ। ਹਰ ਵਿਸਰ ਸਦਾ ਖੁਆਰੀ, ਇਹਦੀ ਖੁਆਰੀ ਹੈ। ਜੰਮਣ ਮਰਨ 'ਚ ਪਿਆ ਹੋਇਆ ਇਹਦਾ ਜੰਮਣ ਮਰਨ ਦਾ ਹੁਣ ਛੁਟਕਾਰਾ ਹੋਣਾ। ਹੁਣ ਆਪਾਂ ਇਹ ਭਗਤੀ ਕਰਨੀ ਹੈ। ਇੱਕ ਐਸੀ ਭਗਤੀ ਹੈ ਆਪਾਂ ਇਹ ਕੰਮਕਾਰ ਕਰਦੇ ਵੀ ਕਰ ਸਕਦੇ ਹਾਂ। ਹਾਥ ਪਾਉ ਕਾਮ ਕਰ ਸਭ ਚੀਤ ਨਿਰੰਜਨ ਨਾਲ। ਕੰਮਕਾਰ ਕਰਦੇ ਹੋਏ ਵੀ ਆਪਾਂ ਵਿਚਾਰ ਸਕਦੇ ਹਾਂ, ਸੁਣ ਸਕਦੇ ਹਾਂ। ਘਰਾਂ 'ਚ ਕੰਮਕਾਰ ਕਰਦੇ ਹੋਏ ਘਰ 'ਚ ਵੀ ਸੁਣਿਆ ਜਾ ਸਕਦਾ ਹੈ। ਕਿਤੇ ਵੀ ਜਿੱਥੇ ਗੁਰੂ ਉਪਦੇਸ਼ ਦੀ ਕਮਾਈ ਕੀਤੀ ਜਾਂਦੀ ਹੈ, ਵਿਚਾਰ ਕੀਤੀ ਜਾਂਦੀ ਹੈ, ਜਸ ਕੀਤਾ ਜਾਂਦਾ ਹੈ ਗੁਰੂ ਸਾਹਿਬਾਨਾਂ ਦਾ, ਬਾਣੀ ਦਾ, ਉੱਥੇ ਗੁਰਸਿੱਖ ਨੇ ਇਹੀ ਧਿਆਨ ਰੱਖਣਾ ਹੈ। ਗੁਰ ਉਪਦੇਸ਼ ਕਰਨੀ ਉਹੀ ਗੁਰੂ ਕਾ ਸਿੱਖ ਹੈ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਵੇ ਪਾਰ। ਪਾਰ ਨਿਕਲਣਾ ਹੈ, ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਅਸੀਂ ਪਾਰ ਨਹੀਂ ਨਿਕਲ ਸਕਦੇ। ਗੁਰ ਸ਼ਬਦ ਦੀ ਕਮਾਈ ਤੋਂ ਬਾਅਦ ਸਾਨੂੰ ਜਿਹੜਾ ਗਿਆਨ ਪੈਦਾ ਹੁੰਦਾ ਉਹਦੇ ਨਾਲ ਮਨ ਟਿਕਦਾ ਹੈ। ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਆਪਾਂ ਨੂੰ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ। ਮਨ ਨਹੀਂ ਟਿਕੇ ਸਾਨੂੰ ਖੇਲ ਸਮਝ ਨਹੀਂ ਆਉਣੀ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ। ਜਾਨੂੰ ਸਮਾਂ ਆ ਜਾਣਾ ਕਾਲ ਨੇ ਫਿਰ ਲੈ ਜਾਣਾ। ਇਹ ਮਨੁੱਖਾ ਦੇਹੀ ਮਿਲੀ ਆਪਾਂ ਨੂੰ ਆਤਮਾ ਨੂੰ ਪ੍ਰਾਤਮਾ ਦੇ ਵਿੱਚ ਲੈ ਹੋਣ ਖਾਤਰ ਹੁਣ ਗਤੀ ਹੋਣੀ ਹੈ ਇਹਦੀ। ਉਹੀ ਸਤਿਗੁਰ ਸਮਝਾਉਂਦੇ ਆ ਜਿਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਜਦੋਂ ਉਪਜੀ ਹੈ ਭਾਵ ਜਿੱਥੋਂ ਲੱਗ ਹੋਈ ਹੈ। ਆਤਮਾ ਅਮਰ ਹੈ, ਆਤਮਾ ਨਹੀਂ ਮਰਦੀ, ਸਰੀਰ ਬਦਲਦੀ ਹੈ। ਸਰੀਰ ਰੂਪੀ ਕੱਪੜੇ ਉਹਦੀ ਕਿਰਪਾ ਨਾਲ ਮਿਲਦੇ ਰਹਿੰਦੇ ਨੇ, ਜੰਮਣ ਮਰਨ ਦੇ ਵਿੱਚ ਘੁੰਮਦੀ ਰਹਿੰਦੀ ਹੈ ਆਤਮਾ। ਹੁਣ ਇਹਦਾ ਛੁਟਕਾਰਾ ਹੋਣਾ। ਹੂੰ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਨਾਈ ਜੀਓ ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀਓ। ਜੇ ਕਿਸੇ ਵੀ ਗੁਰਸਿੱਖ ਨੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਤਾਂ ਹੁਣ ਮੌਕਾ ਵਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੈ, ਗੁਰੂ ਸ਼ਬਦ ਦੀ ਕਮਾਈ ਕਰਨੀ ਹੈ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਅਸੀਂ ਚੱਲਣਾ ਵਾ, ਤਈਓ ਸਾਡਾ ਛੁਟਕਾਰਾ ਹੋਣਾ। ਪਰ ਮਨ ਆਪਦਾ ਜਿਹੜਾ ਹੈਗਾ ਗਿਆਨ ਨਹੀਂ ਛੱਡ ਕੇ ਰਾਜੀ, ਆਪਦੇ ਆਪ ਨੂੰ ਵੱਡਾ ਮੰਨਦਾ, ਚਤੁਰ ਮੰਨਦਾ, ਸਿਆਣਾ ਮੰਨਦਾ ਵਾ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਤਿਗੁਰ ਸਮਝਾਉਂਦੇ ਨੇ ਸਿਆਣਪੇ ਦੀ ਇੱਕ ਨਹੀਂ ਚੱਲਦੀ ਭਾਈ। ਜਦੋਂ ਕਾਲ ਆਉਂਦਾ ਸੰਸਾਰ ਉਹਨੂੰ ਕਿੱਡਾ ਵੀ ਮੰਨਦਾ ਹੋਇਆ। ਆਪਾਂ ਜਪਜੀ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਜੇ ਜੁਗ ਚਾਰੇ ਹਾਰ ਜਾਂ ਹੋਣ ਦਸੂਣੀ ਹੋਏ ਨਵਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੈ ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਕਿਸੇ ਨੇ ਨਹੀਂ ਬਾਤ ਪੁੱਛਣੀ ਭਾਈ ਜੇ ਉਹਦੀ ਨਜ਼ਰ ਨਾ ਹੋਈ, ਨਾਮ ਦੀ ਪ੍ਰਾਪਤੀ ਨਾ ਹੋਈ, ਸਾਨੂੰ ਗਿਆਨ ਨਾ ਹੋਇਆ, ਸਮਝ ਨਾ ਆਈ, ਸਾਡੇ 'ਤੇ ਕਿਰਪਾ ਰਹਿਮਤ ਨਾ ਹੋਈ। ਸੰਸਾਰ ਸਾਨੂੰ ਕਿੱਡਾ ਵੱਡਾ ਵੀ ਮੰਨਦਾ ਹੋਵੇ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ। ਰਾਜਾ ਪਰਜਾ ਸਭ ਕਰ ਮਾਰੇ ਐਸੋ ਕਾਲ ਬਡਾਨੀ। ਉਹੀ ਸਤਿਗੁਰ ਸਮਝਾਉਂਦੇ ਨੇ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਬੜਾ ਸਿਆਣਾ ਬਣਿਆ ਭਾਈ। ਪੌਣ ਪਾਣੀ ਕਾਏ ਦੇਹ ਸਰੀਰਾ। ਇਹ ਪੰਜ ਤੱਤਾਂ ਕੁਦਰਤ ਨੇ ਪੈਦਾ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਹੈ। ਉਹਦੀ ਕਿਰਪਾ ਨਾਲ ਮਨੁੱਖਾ ਦੇਹੀ ਮਿਲੀ ਹੈ। ਹੁਣ ਅਸੀਂ ਪ੍ਰਾਪਤੀ ਕਰਨੀ ਹੈ। ਪਰ ਗੁਰ ਸ਼ਬਦ ਦੀ ਕਮਾਈ ਤੋਂ ਬਿਨਾਂ ਸਾਨੂੰ ਇਹ ਪ੍ਰਾਪਤੀ ਨਹੀਂ ਹੋਣੀ ਹੈਗੀ।
ਜੈ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਉਹਦੀ ਕਿਰਪਾ ਰਹਿਮਤ ਨਾਲ ਇਹ ਦੇਹੀ ਮਿਲੀ ਹੈ, ਹੁਣ ਅਸੀਂ ਭਗਤੀ ਕਰਨੀ ਹੈ। ਮਨ ਵਿਗੜ ਗਿਆ, ਮਨ ਨੂੰ ਇੱਕ ਨਿਰਗੁਣ ਵੈਲ ਹਮਾਰ ਭਗਤ ਰਦਾਸ ਜੀ ਸਮਝਾਉਂਦੇ ਆ। ਰਮਈਏ ਸਿਉ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਮਨ ਨੂੰ ਸਮਝਾਉਂਦੀ ਹੈ ਬਾਣੀ, ਸਾਰੀ ਬਾਣੀ ਜਿੰਨੀ ਹੈ ਮਨ ਨੂੰ ਵਸ ਕਰਨ ਦੀ ਵਿਧੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਜਦ ਤੱਕ ਮਨ ਨੂੰ ਸਾਧਿਆ ਨਹੀਂ ਜਾਂਦਾ ਸਿੱਧੀ ਪ੍ਰਾਪਤ ਨਹੀਂ ਹੁੰਦੀ। ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀ, ਉਹ 'ਚ ਲੀਨ ਨਹੀਂ ਹੁੰਦੀ। ਆਓ ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੇ ਬਚਨ ਦੀ ਕਮਾਈ ਕਰੀਏ। ਇਹ ਕਿਵੇਂ ਮਨ ਆਪਦੀ ਹੋਂਦ ਛੱਡੇ, ਮਨ ਆਪਦਾ ਹੰਕਾਰ ਕਿਵੇਂ ਛੱਡੇ। ਆਓ ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਸੋਡੋ ਬੇਸ ਭੇਖ ਚੁਤਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਮਹਾਰਾਜ ਸਮਝਾ ਰਹੇ ਨੇ ਆਪਾਂ ਨੂੰ, ਜਿਹਦੀ ਪ੍ਰਾਪਤੀ ਲਈ ਜੀਵ ਆਇਆ ਵਾ ਔਰ ਚਤੁਰ ਸਿਆਣਾ ਬਣ ਕੇ ਬਹਿ ਗਿਆ। ਜਿਸ ਜਲ ਨਿਧ ਕਾਰਣ, ਗਿਆਨ ਰੂਪੀ ਜਲ ਜਿਹਦੇ ਨਾਲ ਆਤਮਾ ਤ੍ਰਿਪਤ ਹੋਣੀ ਆ, ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ, ਅਸੀਂ ਉਹਦੀ ਪ੍ਰਾਪਤੀ ਕਰਨਾ ਹੈ। ਉਹ ਅੰਮ੍ਰਿਤ ਆਤਮਾ ਦਾ ਜਿਹੜਾ ਅਸੀਂ ਬਾਹਰ ਛਕਦੇ ਹਾਂ ਸਰੀਰ ਕਰਕੇ, ਜਿੰਨੇ ਭੇਖ ਵੀ ਕਰਦੇ ਹਾਂ ਅੱਗੇ ਆ ਗਿਆ ਸੱਪਾਂ ਨੂੰ। ਛੋਡੋ ਵੇਸ ਭੇਖ ਚੁਤਰਾਈ, ਇਹ ਤਾਂ ਚੁਤਰਾਈ ਮਨ ਕਰਦਾ ਭਾਈ ਚਤੁਰ ਸਿਆਣਾ ਬਣ ਗਿਆ। ਉਹੀ ਤੈਨੂੰ ਸਮਝਾਉਣਾ ਹੈ, ਬਾਣੀ ਸਮਝਾਉਂਦੀ ਹੈ ਵੀ ਇਹ ਛੱਡ ਦੇ ਜਿਹੜੇ ਤੂੰ ਵੇਸ ਭੇਖ ਕਰਦਾ ਵਾਂ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਭੇਖ ਅਨੇਕ ਅਗਨ ਨਹੀਂ ਬੂਝੇ, ਕੋਟ ਉਪਾ ਦਰਗੇ ਨਹੀਂ ਸਿੱਜੇ। ਭੇਖ ਪਾਉਣ ਨਾਲ ਸਰੀਰ 'ਤੇ ਜਾਂ ਕੋਈ ਚਿੰਨ੍ਹ ਪਾਉਣ ਨਾਲ ਤਾਂ ਦਰਗਾਹ ਦੀ ਸੋਝੀ ਤਾਂ ਹੋਣੀ ਨਹੀਂ ਹੈਗੀ। ਇਹ ਤਾਂ ਹੰਕਾਰ ਹੀ ਵਧੂਗਾ। ਸੰਸਾਰ ਮੰਨਣ ਲੱਗ ਜਾਂਦਾ ਹੈ ਭੇਖ ਵਾਲਿਆਂ ਨੂੰ, ਔਰ ਹੰਕਾਰ ਵੱਧਦਾ ਚਲੇ ਜਾਂਦਾ ਹੈ। ਰਾਜਾ ਪ੍ਰਜਾ ਸਭ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਕਾਲ ਦੀ ਚਪੇੜ ਐਸੀ ਪੈਂਦੀ ਹੈ ਫਿਰ ਸਾਨੂੰ ਬਾਅਦ 'ਚ ਹੀ ਪਤਾ ਲੱਗਦਾ, ਜਾਨੂੰ ਸਮਾਂ ਨਿਕਲ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਵਾੜ। ਉਹੀ ਸਤਿਗੁਰੂ ਸਮਝਾਉਂਦੇ ਨੇ, ਭਾਈ ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਕਿਵੇਂ ਪੀਣਾ ਸੀ? ਗੁਰ ਪਾਹੀ ਤੋਂ ਭਾਵ ਹੈ ਜਿਹੜੀ ਸਾਡੀ ਅੰਤਰ-ਆਤਮਾ ਦੀ ਆਵਾਜ਼ ਹੈ, ਜਿਹਦੀ ਕਿਰਪਾ ਨਾਲ ਸਾਡਾ ਜੀਵਨ ਹੈ, ਜਿਹਨੂੰ ਹਰ ਕਿਹਾ ਬਾਣੀ ਵਿੱਚ। ਘਟ ਘਟ ਮੈਂ ਹਰ ਜੂ ਵਸੇ, ਸੰਤਨ ਕਿਹੋ ਪੁਕਾਰ। ਅੱਗੇ ਆਪਾਂ ਨੂੰ ਆ ਜਾਣੇ ਆ ਸ਼ਲੋਕ 9ਵੇਂ ਪਾਤਸ਼ਾਹ ਦੇ। ਉਹੀ ਸਤਿਗੁਰੂ ਸਮਝਾਉਂਦੇ ਨੇ। ਇਹ ਗੁਰ ਭਾਵ ਹੈ ਗਿਆਨ, ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਹੀ ਅਸੀਂ ਇਹ ਆਤਮਾ ਨੇ ਇਹ ਅੰਮ੍ਰਿਤ ਪੀਣਾ ਵਾ। ਫਿਰ ਸਾਨੂੰ ਸੰਤਾਂ ਸ਼ਬਦ ਦਾ ਗਿਆਨ ਹੀ ਨਹੀਂ ਹੋਇਆ ਹੈਗਾ, ਅਤੇ ਕਿਵੇਂ ਪੀਵਾਂਗੇ ਅਸੀਂ ਭਾਈ? ਸਤਿਗੁਰੂ ਸਮਝਾਉਂਦੇ ਨੇ, ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਸਾਡੇ ਅੰਦਰ ਹੈ। ਆਪਾਂ ਸੁਖਣੀ ਸਭ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਂ ਇਸਕਾ ਵਿਸ਼ਰਾਮ। ਸੁਨ ਸੰਵਾਦ ਤੈ ਅਨਹਤ ਨਾਦ, ਕਹੀ ਨਾ ਜਾਈ ਅਚਰਜ ਬਿਸ਼ਮਾਦ। ਜਿਹੜੇ ਅੰਮ੍ਰਿਤ ਪੀਂਦੇ ਨੇ ਉਹ ਬਿਸ਼ਮਾਦ ਹੋ ਜਾਂਦੇ ਨੇ। ਇਹ ਐਸੀ ਭਗਤੀ ਹੈ, ਜਿਨ ਚਾਖਿਆ ਸੋਈ ਜਾਣੇ ਗੂੰਗੇ ਕੀ ਮਠਿਆਈ। ਗੂੰਗਾ ਕੀ ਬਿਆਨ ਕਰੇ ਭਾਈ? ਮੁਸਕਰਾਉਂਦਾ ਹੈ, ਮਿੱਠਾ ਉਹਨੂੰ ਵਧੀਆ ਲੱਗਦਾ, ਪਰ ਬਿਆਨ ਕਿਵੇਂ ਕਰੇ? ਐਸੀ ਭਗਤੀ ਹੈ, ਸਿੱਧੇ ਤੌਰ 'ਤੇ ਨਹੀਂ ਸਮਝਾਈ ਜਾਂਦੀ। ਇਹ ਆਪਾਂ ਗੁਰਸ਼ਬਦ ਦੀ ਕਮਾਈ ਕਰਨੀ ਹੈ। ਜੋ ਗੁਰਸਿੱਖ ਸੰਗਤ ਇਹਦੀ ਕਮਾਈ ਕਰੂਗੀ ਉਹਨੂੰ ਪ੍ਰਾਪਤੀ ਹੋਊਗੀ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਉਹਦੀ ਗਤੀ ਹੋਊਗੀ, ਆਤਮਾ ਪ੍ਰਾਤਮਾ ਇੱਕ ਹੋ ਜਾਣਗੀਆਂ। ਫਿਰ ਉਸ ਤੋਂ ਬਾਅਦ ਨਾਮ ਦੀ ਭਗਤੀ ਸ਼ੁਰੂ ਹੋਊਗੀ। ਉਹੀ ਦੇਵ ਲੋਕ। ਧਰੀਵ ਦੁਨੀਆ ਨੂੰ ਅਸੀਂ ਜਾਣਾ ਤਾਂ ਕਿਵੇਂ ਜਾਵਾਂਗੇ? ਉਹ ਤਾਂ ਅੰਦਰ ਹੈ, ਨਾਮ ਤਾਂ ਅੰਦਰ ਹੈ ਸਾਡੇ, ਪਰ ਉਹ ਅੱਖਾਂ ਕੰਨਾਂ ਦਾ ਵਿਸ਼ਾ ਥੋੜ੍ਹੀ ਹੈ। ਪਰ ਅਸੀਂ ਤਾਂ ਛੋਡੋ ਵੇਸ ਭੇਖ ਚੁਤਰਾਈ, ਦੁਬਿਧਾ ਇਹ ਫਲ ਨਾਹੀ। ਸਤਿਗੁਰ ਤਾਂ ਸਮਝਾਉਂਦੇ ਨੇ ਵੀ ਜਿਹੜੇ ਭੇਖ ਤੂੰ ਕਰੀ ਬੈਠਾ ਮਨਾ ਸਰੀਰ 'ਤੇ, ਇਹ ਤਾਂ ਚੁਤਰਾਈ ਕਰਦਾ ਵਾਂ, ਇਹ ਫਲ ਨਹੀਂ ਹੈਗਾ। ਹਾਂ, ਸੰਸਾਰੀ ਵਡਿਆਈ ਤੈਨੂੰ ਮਿਲ ਜੂਗੀ, ਸੰਸਾਰੀ ਸੋਭਾ ਮਿਲ ਜੂਗੀ, ਪਰ ਕਾਲ ਨੇ ਥੋੜ੍ਹੀ ਤੈਨੂੰ ਛੱਡਣਾ ਵਾ। ਨਾਮ ਤਤ ਸਭ ਹੀ ਸਿਰਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਇਹ ਕਾਲ ਦਾ ਸੰਤਾਪ, ਜਿਹੜੇ ਦੁੱਖ ਅਸੀਂ ਝੱਲਦੇ ਹਾਂ, ਕਿਉਂ ਝੱਲਦੇ ਹਾਂ? ਇਹ ਨਾਮ ਤੱਤ ਦੀ ਪ੍ਰਾਪਤੀ ਕਰਨੀ ਆ ਭਾਈ। ਇਹਦੇ ਵਿੱਚੋਂ ਤੱਤ ਪੈਦਾ ਹੋਣਾ ਹੈ, ਉਹ ਆਤਮਾ ਦੀ ਖੁਰਾਕ ਹੈ। ਜਿਵੇਂ ਅਸੀਂ ਦੁੱਧ ਨੂੰ ਜਾਗ ਲਾਉਂਦੇ ਹਾਂ, ਫਿਰ ਦਹੀਂ ਬਣ ਜਾਂਦਾ, ਉਹਦਾ ਰੂਪ ਵਟ ਜਾਂਦਾ ਵਾ।
ਦਹੀਂ ਤੋਂ ਭਾਵ ਫਿਰ ਆਪਾਂ ਰਿੜਕਦੇ ਹਾਂ, ਉਹਦਾ ਰੂਪ ਬਦਲ ਗਿਆ, ਫਿਰ ਉਹ ਮੱਖਣ ਬਣਾ ਲੈਂਦੇ ਹਾਂ ਆਪਾਂ। ਫਿਰ ਮੱਖਣ ਨੂੰ ਤਾੜਿਆ ਜਾਂਦਾ ਵਾ ਅਗਨੀ 'ਤੇ ਰੱਖ ਕੇ। ਇਵੇਂ ਗੁਰ ਗਿਆਨ ਦੀ ਅਗਨੀ ਨਾਲ ਇਹਦੀ ਜਿਹੜੀ ਮੈਲ ਹੈ, ਮਲੀਨਤਾ, ਉਹ ਸਾੜਨੀ ਆ ਅਸੀਂ, ਫਿਰ ਉਹ ਤੱਤ ਰਹਿ ਜਾਂਦਾ। ਉਹ ਤੱਤ ਹੈ ਜਿਹੜੀ ਉਹ ਆਤਮਾ ਦੀ ਖੁਰਾਕ ਹੈ, ਜਿਵੇਂ ਘਿਓ ਰਹਿ ਜਾਂਦਾ ਹੈ। ਉਹ ਸਤਿਗੁਰ ਸਮਝਾਉਂਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਾਗਾਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਸੋਡੋ ਵੇਸ ਭੇਖ ਚੁਤਰਾਈ, ਦੁਵਿਧਾਏ ਫਲ ਨਾਹੀ ਜੀਓ। ਅਸੀਂ ਤਾਂ ਭੇਖ ਨਾਲ ਹੀ ਇਹ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਇਹ ਤਾਂ ਦੁਵਿਧਾ ਹੈ। ਸਤਿਗੁਰ ਸਮਝਾਉਂਦੇ ਨੇ, ਕਾਲ ਨੇ ਛੱਡਣਾ ਨਹੀਂ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁ ਦੁਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਜਿਹੜੇ ਬਾਹਰ ਅਸੀਂ ਰਸ ਲੈਂਦੇ ਹਾਂ, ਜਿਵੇਂ ਵੀ ਸੰਸਾਰੀ ਅਸੀਂ ਕਰਦੇ ਆਏ ਹਾਂ, ਉਹ ਸਾਰੇ ਸਰੀਰ ਕਰਕੇ ਕਰਦੇ ਆਏ ਹਾਂ। ਹਠ ਯੋਗ ਵੀ ਸਾਰੇ ਸਰੀਰ ਕਰਕੇ ਕਰਦੇ ਆਏ, ਉਹ 'ਚੋਂ ਗਿਆਨ ਤਾਂ ਪੈਦਾ ਨਹੀਂ ਹੋਇਆ, ਹੰਕਾਰ ਹੀ ਪੈਦਾ ਹੋਇਆ। ਪਰ ਅਤਰੀਬ ਦੁਨੀਆ ਨੂੰ ਅਸੀਂ ਕਿਵੇਂ ਜਾਵਾਂਗੇ? ਅਤਰੀਬ ਜਿਹੜੀ ਦੁਨੀਆ ਵਾ, ਉਹ ਤਾਂ ਦਿਵ ਦ੍ਰਿਸ਼ਟੀ ਦਾ ਵਿਸ਼ਾ ਹੈ, ਬੁੱਧੀ ਦਾ। ਉਹ ਤਾਂ ਫਿਰ ਗੁਰ ਕੀ ਮੱਤ ਨਾਲ ਅਸੀਂ ਦੇਖਣਾ ਵਾ ਨਿਰਾਕਾਰ ਦੁਨੀਆ ਨੂੰ। ਉਹੀ ਸਾਨੂੰ ਬਾਣੀ ਦਿੰਦੀ ਹੈ ਦਿਵ ਦ੍ਰਿਸ਼ਟੀ। ਕੋਈ ਸਤਿਗੁਰ ਸਮਝਾਉਂਦੇ ਨੇ, ਮਨ ਰੇ ਥਿਰ ਰਹੋ। ਮਨ ਕਿਵੇਂ ਥਿਰ ਰਹੇ? ਮਨ ਨੂੰ ਗਿਆਨ ਹੀ ਨਹੀਂ ਹੈਗਾ। ਮਨ ਤਾਂ ਗੁਰੂ ਨੂੰ ਉਪਦੇਸ਼ ਕਰਦਾ, ਗੁਰੂ ਨੂੰ ਉਪਦੇਸ਼ ਨਹੀਂ ਕਰਨਾ। ਗੁਰ ਉਪਦੇਸ਼ ਦੀ ਅਸੀਂ ਕਮਾਈ ਕਰਨੀ, ਅਸੀਂ ਸੁਣਨਾ ਗੁਰੂ। ਗੁਰੂ ਵੱਡਾ ਹੁੰਦਾ, ਗੁਰੂ ਨੂੰ ਸੁਣੀਦਾ ਹੁੰਦਾ, ਫਿਰ ਮਨ ਟਿਕਦਾ ਹੈ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਮਨ ਨੇ ਟਿਕਣਾ ਨਹੀਂ ਹੈਗਾ। ਜਦ ਤੱਕ ਬਾਹਰ ਹੀ ਭਟਕਦੇ ਰਹਾਂਗੇ, ਕਾਲ ਨੇ ਸਾਨੂੰ ਛੱਡਣਾ ਨਹੀਂ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਅੰਦਰ ਕਿਵੇਂ ਦੇਖੇ? ਹੁਣ ਜਿਹੜੇ ਸਾਡੇ ਕੋਲੇ ਗਿਆਨ ਅੰਦਰ ਨੇ, ਇਹ ਤਾਂ ਸਾਰੇ ਮਾਇਆ ਦੇ ਨੇ। ਇਹਨਾਂ ਦੀ ਡੋਰ ਤਾਂ ਨਾਮ ਸਰੋਵਰ ਤੱਕ ਜਾਂਦੀ ਹੀ ਨਹੀਂ ਹੈਗੀ। ਹੁਣ ਅਸੀਂ ਪ੍ਰਭੂ ਦੀ ਡੋਰ ਫੜਨੀ ਹੈ, ਗੁਰ ਗਿਆਨ ਦੀ ਡੋਰ ਫੜਨੀ ਹੈ ਅਸੀਂ, ਫਿਰ ਅਸੀਂ 10ਵੇਂ ਦਵਾਰ 'ਚ ਪਹੁੰਚਣਾ। ਉਹੀ ਹਰਦੁਆਰ ਹੈ, ਉਹੀ ਦੇਵਲੋਕ ਹੈ, ਅੰਤਰ ਦੇਵ ਨਾ ਜਾਣੇ। ਉੱਥੇ ਅੰਮ੍ਰਿਤ ਮਿਲਣਾ, ਆਤਮਾ ਦਾ ਅੰਮ੍ਰਿਤ ਉੱਥੇ ਆ। ਜਿਹੜਾ ਅਸੀਂ ਬਾਹਰ ਪੀਂਦੇ ਹਾਂ, ਉਹ ਸਰੀਰ ਕਰਕੇ ਪੌਲ ਹੈ। ਪੀਹੋ ਪੌਲ ਖੰਡੇ ਧਰ ਹੋਵੇ ਜਨਮ ਸਹੇਲਾ। ਆਤਮਾ ਦਾ ਅੰਮ੍ਰਿਤ ਤਾਂ ਫਿਰ ਅੰਦਰ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀ। ਉਹ ਤਾਂ ਅੰਦਰ ਹੈ ਭਾਈ। ਰਹਾਓ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪੁਸਤਾਈ ਜੀਓ। ਸਰਪ ਸਰ ਕੀ ਸਾਰ ਨਾ ਜਾਣੇ, ਫਿਰ ਕੀਚ ਬੁੜਾਈ ਜੀਓ। ਡੁੱਬਦੇ ਹਾਂ ਅਸੀਂ, ਆਉਂਦੇ ਹਾਂ ਜਾਂਦੇ ਹਾਂ, ਜੰਮਣ ਮਾਰ ਸਾਡਾ ਸੁੱਟਦਾ ਨਹੀਂ ਹੈਗਾ। ਕਿਉਂਕਿ ਅਵਗੁਣ ਛੱਡਣੇ ਸੀਗੇ, ਗੁਣ ਲੈਣੇ ਸੀਗੇ। ਗੁਣ ਵਿਚਾਰੇ ਗਿਆਨੀ ਸੋਏ, ਗੁਣਵੇਂ ਗਿਆਨ ਪ੍ਰਾਪਤ ਹੋਏ। ਗੁਣਾਂ ਦੀ ਪ੍ਰਾਪਤੀ ਹੋਣੀ ਹੈ ਸਾਨੂੰ। ਇਹ ਚਤੁਰਮਨ ਜਿਹੜਾ ਬਣਿਆ ਬੈਠਾ ਸਿਆਣਾ, ਜਦੋਂ ਅਸੀਂ ਗਿਆਨ ਗੁਰ ਸ਼ਬਦ ਦੀ ਕਮਾਈ ਕਰਨੀ ਹੈ, ਸਾਨੂੰ ਗਿਆਨ ਹੋਣਾ, ਮਨ ਦਾ ਹੰਕਾਰ ਛੁੱਟ ਜਾਣਾ। ਹਉਮੈ ਬੂਝੇ ਤਾਂ ਦਰ ਸੂਝੇ, ਤਾਂ ਹੀ ਦਰ ਲੱਭੂਗਾ। ਹੁਣ ਇਹ ਬਾਹਰ ਆਪ ਹੀ ਵੱਡਾ ਬਣਿਆ ਬੈਠਾ ਹੈ। ਅਵਗੁਣ ਛੋੜ, ਔਗੁਣਾਂ ਨੂੰ ਛੱਡਣਾ, ਗੁਣਾਂ ਦੀ ਕਮਾਈ ਕਰਨੀ ਹੈ। ਜੇ ਨਾ ਕੀਤੀ ਫਿਰ ਪਛਤਾਉਣਾ ਪਊਗਾ। ਸਰਪ ਸਕੀ ਸਾਰ ਨਾ ਜਾਣੇ, ਫਿਰ ਕੀਚ ਬੁੜਾਈ ਜੀਓ। ਫਿਰ ਜੰਮਦਾ ਮਰਦਾ ਰਹੂਗਾ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਸਤਿਗੁਰ ਸਮਝਾਉਂਦੇ ਨੇ, ਸਾਡੇ ਜਿਹੜੀ ਮੈਲ ਅੰਦਰ, ਉਹਦੇ ਕਰਕੇ ਸਿਆਣਾ ਬੈਠਿਆ। ਮੈਲ ਕੀ ਹੈ? ਜਿਹੜੀ ਵਿਕਾਰਾਂ ਦੀ। ਇਹਦੀ ਤਾਂ ਬੇਨਤੀ ਕਰਨੀ ਸੀ, ਇਹੀ ਤਾਂ ਭਗਤੀ ਕਰਨੀ ਸੀ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਸੁਖਮਨੀ ਸਾਹਿਬ ਦੇ ਸ਼ਲੋਕ ਦੇ। ਕਾਮ ਕ੍ਰੋਧ ਔਰ ਲੋਭ ਮੋਹ, ਪਿਣ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ। ਇਹ ਗੁਰਦੇਵ, ਗਿਆਨ ਦੇ ਦੇਵ, ਕਿਰਪਾ ਕਰ, ਇਹ ਵਿਕਾਰਾਂ ਤੋਂ ਸਾਡਾ ਖਹਿੜਾ ਛੁੱਟ ਜੇ। ਬੁੱਧੀ ਉਪਦੇਸ਼ ਕਰਦੀ ਹੈ ਮਨ, ਜੇ ਆਪਾਂ ਇਹ ਭਗਤੀ ਕਰਾਂਗੇ ਫੇਰ ਹੀ ਆਪਣਾ ਖਹਿੜਾ ਛੁੱਟੂਗਾ। ਇਹਨਾਂ ਨੇ ਛੱਡਣਾ ਨਹੀਂ ਆਪਾਂ ਨੂੰ। ਲੋਭ ਨਹੀਂ ਛੱਡਦਾ। ਉਹੀ ਸਤਿਗੁਰ ਸਮਝਾਉਂਦੇ, ਅੰਤਰ ਮੈਲ ਲੋਭ ਬਹੁ ਝੂਠੇ,
ਬਾਹਰ ਨਹਾਵੋ ਕਾਹੀ ਜੀਓ। ਬਾਹਰ ਸਰੀਰ ਤਾਂ ਧੋਈ ਜਾਂਦੇ, ਸਰੀਰ ਕਰਕੇ ਧਰਮ ਕਰਮ ਕਰੀ ਜਾਂਦੇ। ਉਹ ਸਾਰੇ ਸਾਡੇ ਧਰਮ ਸਥਾਨ ਬਣੇ ਹੋਏ ਨੇ। ਗਤੀ ਵੀ ਅਸੀਂ ਬਾਹਰ ਕਰੀ ਸਰੀਰ ਦੀ ਕਰੀ ਜਾਂਦੇ। ਜਿਹੜੇ ਲੋਕ ਐਕਸੀਡੈਂਟ 'ਚ ਮਰ ਜਾਂਦੇ ਨੇ ਉਹਨਾਂ ਦੀ ਗਤੀ ਕੌਣ ਕਰਦਾ? ਜਾਨਵਰਾਂ ਦੀ ਗਤੀ ਕੌਣ ਕਰਦਾ? ਪਰ ਸਾਨੂੰ ਗਿਆਨ ਹੀ ਨਹੀਂ। ਇਹ ਸਾਰਾ ਗਿਆਨ ਸਾਨੂੰ ਗੁਰਸ਼ਬਦ ਤੋਂ ਪੈਦਾ ਹੋਣਾ, ਫਿਰ ਹੀ ਸਾਨੂੰ ਖੇਲ ਦੀ ਸਮਝ ਆਉਣੀ। ਉਹੀ ਸਤਿਗੁਰ ਸਮਝਾਉਂਦੇ ਨੇ, ਨਿਰਮਲ ਨਾਮ ਜਪੋ ਸਤਿਗੁਰਮੁਖ। ਇਹ ਗੁਰਮੁਖਾਂ ਦੀ ਬਾਣੀ ਹੈ ਭਾਈ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਆਪਾਂ ਇਹ ਗੁਰਸ਼ਬਦ ਦੀ ਕਮਾਈ ਕਰਨੀ ਆ। ਅੰਤਰ ਕੀ ਗਤ ਤਾਹੀ ਜੀਓ। ਫਿਰ ਸਾਨੂੰ ਅੰਤਰ ਦੁਨੀਆ ਦਾ, ਧਰੀਵ ਦੁਨੀਆ ਦੀ ਸੋਝੀ ਹੋਣੀ ਆ। ਫਿਰ ਅਸੀਂ ਦੇਵ ਲੋਕ ਅੰਤਰ ਦੁਨੀਆ ਜਾਵਾਂਗੇ। ਫਿਰ ਇਹ ਆਤਮਾ ਪ੍ਰਾਤਮਾ ਇੱਕ ਹੋਊਗੀ। ਫਿਰ ਦੁਬਿਧਾ ਖਤਮ ਹੋਊਗੀ। ਜੇ ਆਪਾਂ ਗੁਰਸ਼ਬਦ ਦੀ ਕਮਾਈ ਨਹੀਂ ਕਰਾਂਗੇ, ਗਿਆਨ ਨਹੀਂ ਪੈਦਾ ਹੋਣਾ। ਪਰ ਅਸੀਂ ਤਾਂ ਗੁਰਾਂ ਨੂੰ ਉਪਦੇਸ਼ ਕਰਦੇ ਹਾਂ। ਗੁਰੂ ਵੱਡਾ ਹੁੰਦਾ ਹੈ, ਗੁਰੂ ਨੂੰ ਸੁਣੀਦਾ ਹੁੰਦਾ। ਅਸੀਂ ਆਪ ਨਹੀਂ ਕਮਾਈ ਕਰਦੇ, ਆਪਾਂ ਲੋਕਾਂ ਨੂੰ ਉਪਦੇਸ਼ ਕਰਦੇ ਹਾਂ। ਭਗਤ ਕਬੀਰ ਜੀ ਦਾ ਆਪਾਂ ਸ਼ਲੋਕ ਲੈ ਲੈਂਦੇ ਹਾਂ। कबीर औरों को उपदेश ते मुख में पर है रेत, रास बगानी राखते खाया कर का खेत। ਮਨ ਐਡਾ ਸਿਆਣਾ ਬਣ ਗਿਆ, ਲੋਕਾਂ ਨੂੰ ਉਪਦੇਸ਼ ਕਰਨ ਲੱਗ ਗਿਆ, ਆਪ ਨਹੀਂ ਕਮਾਈ ਕੀਤੀ। ਆਪਦਾ ਘਰ ਉਜੜਿਆ, ਲੋਕਾਂ ਦਾ ਠੇਕਾ ਲੈਂਦਾ। ਕਬੀਰ ਭਾਰ ਪਰਾਈ ਸਿਰ ਚਲੇ, ਚੱਲਿਆ ਚਾਹੋਂ ਬਾਟ, ਆਪਣੇ ਭਾਰੇ ਨਾ ਡਰੇ, ਆਗੇ ਆਓ ਘਟ ਘਾਟ। ਇਹ ਕਬੀਰ ਉਹਦੀ ਮਨ ਨੂੰ ਸਮਝਾਉਂਦੀ ਹੈ। ਲੋਕਾਂ ਦਾ ਠੇਕਾ ਲਈ ਜਾਂਦਾ ਹੈ, ਪਰ ਅੱਗੇ ਇਹਨੂੰ ਗਿਆਨ ਨਹੀਂ ਹੈਗਾ। ਕਾਲ ਸਿਰ 'ਤੇ ਖੜਾ, ਜਿੱਧਰ ਨੂੰ ਜਾਣਾ ਉਹ ਕੁਦਰਤ ਬਹੁਤ ਵੱਡੀ ਸ਼ਕਤੀ ਹੈ, ਪਰਬਤ ਰੂਪ ਹੈ। ਪਰ ਆਪਾਂ ਗੁਰਸ਼ਬਦ ਦੀ ਕਮਾਈ ਨਹੀਂ ਕਰਦੇ, ਇਸ ਕਰਕੇ ਰਹਿ ਜਾਂਦੇ। ਕਾਲ ਸਾਨੂੰ ਫੇਰ ਲੈ ਜਾਂਦਾ। ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰ ਨਹਾਵੋ ਕਾਹੀ ਜੀ। ਬਾਹਰ ਅਸੀਂ ਨਹਾਉਂਦੇ ਰਹਿੰਦੇ, ਤੀਰਥਾਂ 'ਤੇ ਜਾਂਦੇ ਰਹਿੰਦੇ, ਹੰਕਾਰ ਹੋਰ ਵੱਧਦਾ ਰਹਿੰਦਾ। ਬਹੁਤ ਤੀਰਥ ਭਵਿਆ ਤੇਤੋਂ ਲਵਿਆ। ਆਸਾ ਦੀ ਬਾਤ ਸਤਿਗੁਰ ਸਮਝਾਉਂਦੇ, ਜਿਨ੍ਹਾਂ ਤੀਰਥਾਂ 'ਤੇ ਘੁੰਮਦਾ ਉਹਨਾਂ ਹੋਰ ਸ਼ੈਤਾਨ ਹੋ ਜਾਂਦਾ। ਬਸਤਰ ਨਾ ਪਹਿਰੇ ਐ ਨਸਕਹਿਰੇ, ਫਿਰ ਕੱਪੜੇ ਲਾ ਕੇ ਸੁੱਟ ਦਿੰਦਾ, ਲੋਕਾਂ 'ਤੇ ਪ੍ਰਭਾਵ ਪਾਉਂਦਾ ਵਾ, ਕਹਿਰ ਕਰਦਾ ਸਰੀਰ 'ਤੇ। ਲੋਕ ਮੰਨਣ ਲੱਗ ਜਾਂਦੇ ਨੇ, ਚਤੁਰ ਸਿਆਣਾ ਬਣ ਜਾਂਦਾ ਵਾ। ਜੇਤਾ ਪੜ੍ਹਿਆ ਤੇਤਾ ਕੜਿਆ, ਇਹ ਵੀ ਆਸਾ ਦੀ ਸਤਿਗੁਰ ਸਮਝਾਉਂਦੇ ਨੇ। ਉਹਨਾਂ ਮਨ ਦਾ ਜਿਹੜਾ ਸੁਭਾਅ ਵਿਗੜ ਜਾਂਦਾ, ਚਤੁਰ ਸਿਆਣਾ ਬਣ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਨਿਰਮਲ ਨਾਮ ਜਪੋ ਸਤਿਗੁਰਮੁਖ, ਅੰਤਰ ਕੀ ਗਤਾਹੀ ਜਿਓ। ਅੰਤਰਗਤੀ ਧਰੀਵ ਦੁਨੀਆ ਨੂੰ ਅਸੀਂ ਜਾਣਾ, ਦਿਵ ਦ੍ਰਿਸ਼ਟੀ ਸਾਨੂੰ ਤਾਈਓ ਮਿਲੂਗੀ। ਉਹ ਅੱਖਾਂ ਦਾ ਵਿਸ਼ਾ ਨਹੀਂ, ਕੰਨਾਂ ਦਾ ਵਿਸ਼ਾ ਨਹੀਂ ਹੈਗਾ, ਉਹ ਬੁੱਧੀ ਦਾ ਵਿਸ਼ਾ ਹੈ। ਉਹ ਦਿਵ ਦ੍ਰਿਸ਼ਟੀ ਸਾਨੂੰ ਮਿਲਣੀ ਆ। ਆਪਾਂ ਆਨੰਦ ਸਾਹਿਬ ਦੇ ਬਚਨ ਲੈ ਲੈਣੇ ਸਤਿਗੁਰਾਂ ਦੇ। ਇਹ ਨੇਤਰ ਅੰਧ ਥੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਇਹ ਅੰਨੇ ਮਨ ਨੂੰ ਜਦੋਂ ਗਿਆਨ ਹੁੰਦਾ ਵਾ, ਫਿਰ ਦਿਵ ਦ੍ਰਿਸ਼ਟੀ ਮਿਲਦੀ ਹੈ, ਫਿਰ ਇਹਨੂੰ ਚਾਰ ਲੋਕਾਂ ਦਾ ਗਿਆਨ ਹੋ ਜਾਂਦਾ। ਭਗਤ ਕਬੀਰ ਜੀ ਸਮਝਾਉਂਦੇ ਨੇ, ਇਹ ਮਨ 3 ਲੋਕ ਕੀ ਬਾਤ ਕਹੇ। ਹੁਣ ਸਾਨੂੰ ਸਮਝ ਨਹੀਂ ਆਉਂਦੀ, ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ 3 ਲੋਕਾਂ ਦਾ ਗਿਆਨ ਲੋਕਾਂ ਨੂੰ ਦਿੰਦਾ ਹੈ। ਕੀ ਤਿਆਗ ਕਰਨਾ ਅਸੀਂ? ਆਓ ਅੱਗੇ ਸਤਿਗੁਰ ਸਮਝਾਉਂਦੇ ਨੇ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਈ ਜੀਓ। ਜਿਉ ਭਾਵੇ ਤੂੰ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਹੁਕਮ ਦਾ ਵਿਰੋਧ ਛੱਡਣਾ ਭਾਈ। ਸਾਰੀ ਸ੍ਰਿਸ਼ਟੀ ਹੁਕਮ ਦਾ ਵਿਰੋਧ ਕਰਦੀ ਹੈ। ਸਤਿਗੁਰ ਸਮਝਾਉਂਦੇ ਨੇ ਆਸਾ ਦੀ ਵਾਰ ਵਿੱਚ, ਵਧੀ ਵਜਗ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜਦੋਂ ਅਸੀਂ ਉੱਠਦੇ ਹਾਂ, ਸਾਡੀ ਸੁਰਤ ਸਿੱਧੀ ਬ੍ਰੇਨ 'ਚ ਆ ਕੇ ਹੁਕਮ ਦਾ ਵਿਰੋਧ ਸ਼ੁਰੂ ਕਰ ਦਿੰਦੀ ਹੈ। ਸਾਰੀ ਸ੍ਰਿਸ਼ਟੀ ਹੁਕਮ ਦਾ ਵਿਰੋਧ ਕਰ ਰਹੀ ਹੈ, ਹੁਕਮ ਨਾਲ ਟਕਰਾ ਰਹੀ ਹੈ। ਤਈਓ ਤਾਂ ਜੰਮਣ ਹੈ ਭਾਈ, ਤਈਓ ਤਾਂ ਮਰਨ ਹੈ। ਉਹੀ ਜਿਹੜਾ ਹੁਕਮ ਦਾ ਟਕਰਾਅ, ਉਹੀ ਖਤਮ ਕਰਨਾ ਹੈ। ਜਿਹੜਾ ਸਾਡਾ ਹੁਕਮ ਹੈ, ਉਹਦਾ ਤਾਂ ਤਿਆਗ ਕਰਨਾ ਵਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ, ਗੁਰ ਕੇ ਭਾਣੇ ਜੋ ਚੱਲੇ ਭਾਈ, ਬੋਝਤ ਬੈਠਾ ਆਏ। ਉਹੀ ਸਤਿਗੁਰ ਸਮਝਾਉਂਦੇ ਨੇ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਸੱਚ ਦੇ ਗਿਆਨ ਨਾਲ ਬਚਨਾਂ 'ਤੇ ਕਮਾਈ ਕਰਨੀ ਹੈ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਅਸੀਂ ਚੱਲਣਾ, ਸਾਨੂੰ ਫਲ ਮਿਲੂਗਾ। ਗਿਆਨ ਨਾਲ ਮਨ ਟਿਕੂਗਾ, ਫਿਰ ਸਾਨੂੰ ਮੁਕਤੀ ਮਿਲੂਗੀ। ਮੁਕਤੀ ਤੋਂ ਬਾਅਦ ਫਿਰ ਸਾਡਾ ਜਿਹੜਾ ਹੈਗਾ ਸਹਿਜ ਦੁਨੀਆ ਦੇ ਵਿੱਚ ਜਾ ਕੇ ਦੇਵ ਲੋਕ ਸਾਡੀ ਭਗਤੀ ਸ਼ੁਰੂ ਹੋ ਨਾਮ ਦੀ। ਜਿਉਂ ਭਾਵੇ ਤਿਉਂ ਰਾਖੋ ਹਰ ਜੀਓ, ਜਾਂ ਨਾਨਕ ਸ਼ਬਦ ਸਲਾਹੀ ਜੀਓ। ਅਸੀਂ ਸ਼ਬਦ ਦੀ ਵਡਿਆਈ ਕਰਨੀ ਹੈ। ਬਾਣੀ ਗੁਣਾਂ ਦੀ ਵਡਿਆਈ ਕਰਦੀ ਹੈ, ਉਹ ਕਰਤੇ ਪੁਰਖ ਦੀ ਵਡਿਆਈ ਕਰਦੀ ਹੈ। ਇਹ ਬਾਣੀ ਸਾਰੀ ਹੁਕਮ ਰੂਪ ਹੈ। ਅਸੀਂ ਇਹਦੀ ਕਮਾਈ ਕਰਨੀ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਉਹੀ ਸਤਿਗੁਰ ਸਮਝਾਉਂਦੇ ਨੇ, ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਸ ਦੀ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ।
ਆਤਮਾ ਨੇ ਪ੍ਰਾਤਮਾ 'ਚ ਲੀਨ ਹੋਣਾ ਹੈ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਆਓ ਸਾਰੇ ਮਿਲ ਕੇ ਭਾਈ ਗੁਰਬਾਣੀ ਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ, ਆਤਮਾ ਦੀ ਗਤੀ ਹੋਵੇ। ਇਹੀ ਕਮਾਈ ਕਰਨੀ ਹੈ, ਤਾਂ ਹੀ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।